आड़े गेट तो जानी अपनी फ्लाइट। मैनू घरों तुरिया हो गए आ 12 14 16 घंटे हो गए आ। 9:30 सवेरे घरों तुरिया सी ते राजगिर रुकना सी ते 11:30 जलंधर पहुंचा। इंडो कनेडी फड़ी 12 बजे तुरी 9:30 इत्थे पहुंची। 9:30 इत्थे आया तो अजे फ्लाइट 3:30 इत्थों फ्लाइट 3:30 उड्डनी आ। 8.5 घंटे की फ्लाइट आ फ्रैंकफर्ट की। फ्रैंकफर्ट तो फिर उत्थे 4-5 घंटे की स्टे आ। उतों अगे फिर मेरे ख्याल 1 बजे फ्लाइट आ। सवेरे 7 7:30 पहुँचनी उत्थे तो ज़्यादा ही है। फिर 5-6 घंटे स्टे आ। 1-1:30 बजे तुरनी है उतों मैड्रिड नूं। मैड्रिड पहुँचना 4:30। उस तो अगे साडे टापू नूं कोई फ्लाइट नहीं। सो रात फिर मैड्रिड रहना तो अगले दिन सवेरे फिर फ्लाइट लैनी। सो मैनूं लगदा मैं किन्ने घंटे पहुँचना आहो सवेरे 9:30 तो 9:30 48 घंटे लग जाने मैनूं आलमोस्ट। हाँ सो कदी कदी टापू के चक्कर दे विच अमरीका कनैडा नाल भी लंबा सफ़र बन जाता। एक फ्लाइटां हुण बहुत घੱਟ आ उहदा भी सियापा। तो इस वेले फ्रैंकफर्ट नूं 2 फ्लाइटां जाणियां वा। एक 3:25 ते आ ते एक 3:35 दी। 3:35 वाली लेट हो गई है। वो च सगों मेरे 2 जान पछाण दे मुंडे आ। मैं सोचे ना एक फ्लाइट होनी पर नहीं उन्होंने लुफ्थांसा वा ते मेरी एयर इंडिया। बट उन्होंने उस दिन ही पहुँच जाना क्योंकि उन्होंने गांह जी लुफ्थांसा उस उतरनी। उन्होंने जी अगे फ्लाइट मिली उस वाली है। उन्होंने 1 बजे मैड्रिड पहुँच जाना तो उस तो बाद मेरे ख्याल 2:30-3 बजे की फ्लाइट आ। उन्होंने टापू से सीधा पहुँच जाना। तो यार हुणे मैड्रिड 1 रात होर रहणगे होटल का खर्चा झल्लणगे। ਆਪਾਂ ਪਹੁੰਚ ਗਏ ਜੀ ਫਰੈਂਕਫਰਟ ਤੇ ਟੈਂਪਰੇਚਰ ਬਾਹਰ ਹੈਗਾ ਜਦੋਂ ਜਹਾਜ਼ ਉਤਰੇ -7। ਤੇ ਦੂਸਰੀ ਗੱਲ ਸੱਚ ਹੋਰ ਦੱਸਾਂ ਜਿੱਦਾਂ ਇੰਡੀਆ ਗਿਆ ਸੀ ਉੱਦਾਂ ਫਲਾਈਟ ਜਿਹੜੀ ਹੈ ਨਾ 에ਅਰ ਇੰਡੀਆ ਦੀ ਸੀ ਕੋਈ ਸੀਟ ਨਹੀਂ ਵਿਹਲੀ ਸਾਰੀਆਂ ਭਰੀਆਂ ਸੀ। ਤੇ ਜਦੋਂ ਅਸੀਂ ਇੱਧਰ ਨੂੰ ਆਏ ਹਾਂ ਤਾਂ ਵਿਚਕਾਰਲੀ ਸੀਟ ਖਾਲੀ ਸੀ ਸਾਰੀ ਫਲਾਈਟ ਦੀ। ਇਹਨਾਂ ਨੇ ਬੁਕਿੰਗ ਉਸ ਹਿਸਾਬ ਨਾਲ ਕੀਤੀ। ਸੋ ਇਹਦਾ ਮਤਲਬ ਕਿ ਇੰਡੀਆ ਨੂੰ ਨਹੀਂ ਫਰਕ ਪੈਂਦਾ। ਉਹ ਕਹਿੰਦੇ ਇਹ ਕੰਟਰੀ ਰਿਕੁਆਇਰਮੈਂਟ ਹੈ ਇੱਧਰ ਆਉਣ ਲਈ ਹੈ ਨਾ। ਸੋ ਇਸ ਕਰਕੇ ਇਹਨਾਂ ਨੇ ਮਿਡਲ ਸੀਟ ਖਾਲੀ ਰੱਖੀ ਆ। ਬਾਕੀ ਯਾਰ ਆ ਪਤਾ ਨਹੀਂ ਹੁਣ ਕਰੋਨਾ ਟਾਈਮ ਦੇ ਵਿੱਚ ਲੱਗੇ ਪਏ ਆ ਵੀ ਏਅਰਪੋਰਟ ਵੱਧ ਤੋਂ ਵੱਧ ਬਣਾ ਲਈਏ। ਬੜਾ ਕੰਜਰਖਾਨਾ ਏਅਰਪੋਰਟ ਦਾ ਇੱਧਰ ਉੱਧਰ ਜਾਣ ਦਾ। ਤੇ ਏਅਰਪੋਰਟ ਮੈਂ ਗੱਲ ਕਰ ਰਿਹਾ ਸੀ ਕਿ ਤਗੜਾ ਜਾਣੀ ਕਿ ਤੇ ਪਲੱਸ ਮੇਰੇ ਖਿਆਲ ਨਾਲ ਕੰਸਟਰਕਸ਼ਨ ਕਾਫੀ ਚਲਾਈ ਜਾਣ ਡਿਆ ਆ ਤੇ ਉਹਦੇ ਕਰਕੇ ਨਾ ਚੋਰ ਮੋਰ ਦੇ ਰਾਹ ਬਣਾਏ ਤੇ ਬੰਦਾ ਚੰਗਾ ਖੱਜਲ ਹੁੰਦਾ। ਤੇ ਮੇਰੇ ਨਾਲ ਜਿਹੜੀ ਮਾੜੀ ਹੋਈ ਹੈ ਵੀ ਇੱਕ ਥਾਂ ਮੈਂ ਸਿਕਿਉਰਿਟੀ ਕਰਾਉਂਦੇ ਆਪਣਾ ਕੜਾ ਭੁੱਲ ਆਇਆ। ਕੜਾ ਚੰਗਾ ਮੈਨੂੰ ਦਿਲ ਜੀ ਸੀ। ਤਾਂਬੇ ਦਾ ਕੜਾ ਸੀ ਬੜਾ ਸੋਹਣਾ ਕਾਫੀ ਪੁਰਾਣਾ ਸੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਸਿਕਿਉਰਿਟੀ ਵਾਲਿਆਂ ਨੂੰ ਮੈਂ ਕਿਹਾ ਯਾਰ ਮੇਰਾ ਪਿਛਲੇ ਗੇਟ ਤੇ ਸ਼ਾਇਦ ਕੜਾ ਰਹਿ ਗਿਆ ਉੱਥੇ ਸਿਕਿਉਰਿਟੀ ਕਰਾਉਂਦੇ ਤੇ ਹੋ ਸਕਦਾ ਕੁਛ। ਉਹ ਕਹਿੰਦਾ ਜੇ ਇੱਥੇ ਰਹਿ ਗਿਆ ਤਾਂ ਇੱਥੇ ਕੋ ਕਰ ਸਕਦੇ ਹਾਂ ਪਿਛਲੇ ਦਾ ਨਹੀਂ ਇਹ ਸੌਰੀ ਇਹ। ਮੈਂ ਚਲੋ ਭਰਾਵਾ ਇੱਕ ਤਾਂ ਜਰਮਨ ਆ ਕੇ ਫੀਲਿੰਗ ਹੀ ਹੋਰ ਤਰ੍ਹਾਂ ਦੀ ਆਉਂਦੀ ਆ ਕਿਉਂਕਿ ਡਰ ਜਿਹਾ ਲੱਗਦਾ। ਬਾਹਲੀ ਹਾਈਟੈਕ ਜੀ ਕੰਟਰੀ ਆ ਤੇ ਜਿੱਦਾਂ ਹਮੇਸ਼ਾ ਧਾਰਨਾਵਾਂ ਸੁਣੀਆਂ ਕਿ ਜਰਮਨ 'ਚ ਸਖਤਾਈ ਬੜੀ ਹੈ ਨਾ। ਤੇ ਭਾਵੇਂ ਸਭ ਕੁਝ ਲੀਗਲ ਵੀ ਹੋਵੇ ਤਾਂ ਵੀ ਐਵੇਂ ਮਾੜੀ ਜਿਹੀ ਫੀਲਿੰਗ ਜੀ ਅੰਦਰ ਰਹਿੰਦੀ ਹੈ। ਜਿਵੇਂ ਮੇਰੇ ਮਾਮਾ ਜੀ ਉਹ ਅਮੈਰੀਕਨ ਸਿਟੀਜ਼ਨ ਆ ਤੇ ਉਹ ਹਮੇਸ਼ਾ ਕਹਿੰਦੇ ਮੈਂ ਕਿਤੇ ਵੀ ਜਾਈਏ ਕਦੇ ਡਰ ਨਹੀਂ ਲੱਗਦਾ। ਪਰ ਦਿੱਲੀ ਜਦੋਂ ਵੀ ਉਤਰੀ ਤਾਂ ਹਮੇਸ਼ਾ ਡਰ ਜਿਹਾ ਲੱਗਾ ਰਹਿੰਦਾ ਪਤਾ ਨਹੀਂ। ਤੇ ਮੇਰੇ ਕੇਸ ਦੇ ਵਿੱਚ ਇੱਦਾਂ ਦੀਆਂ ਕੰਟਰੀਆਂ ਇੱਕ ਵਾਰੀ ਜਿੱਦਾਂ ਮੈਂ ਬੇਲਾਰੂਸ ਗਿਆ ਸੀ ਉਹ ਬੜੀ ਹੋਰ ਹੀ ਤਰ੍ਹਾਂ ਦੀ ਕੰਟਰੀ ਆ। ਉਦੋਂ ਵੀ ਡਰ ਡੁਬਈ ਗਿਆ ਸੀ ਸੱਚ। ਉੱਥੇ ਵੀ ਡਰ ਜਿਹਾ ਲੱਗਦਾ ਸੀ। ਕਈ ਕੰਟਰੀਆਂ ਹੁੰਦੀਆਂ ਇੱਥੇ ਜਾ ਕੇ ਐਵੇਂ ਤੇ ਕਈਆਂ ਦੇ ਵਿੱਚ ਨਹੀਂ ਕੋਈ ਫੀਲਿੰਗ ਹੁੰਦੀ। ਕਈਆਂ ਜਿੱਦਾਂ ਐਵੇਂ ਘਰ ਵਰਗਾ ਹੀ ਲੱਗਦਾ। ਏਅਰਪੋਰਟਾਂ 'ਤੇ ਆਹ ਚੀਜ਼ ਮਿਲਣੀ ਵੀ ਰੱਬ ਮਿਲਣ ਬਰਾਬਰ ਹੀ ਆ। ਬਾਕੀ ਹੁਣੇ ਮੈਨੂੰ ਪਤਾ ਲੱਗਾ ਨਾ ਇੱਥੇ ਉਤਰਿਆ ਵਾਂ ਤੇ ਖਬਰਾਂ ਖਬਰਾਂ ਪੜ੍ਹੀਆਂ ਕਿ ਦੀਪ ਸਿੱਧੂ ਗ੍ਰਿਫਤਾਰ ਹੋ ਗਿਆ ਤੇ ਕਾਫੀ ਫੇਸਬੁੱਕ 'ਤੇ ਹੱਲਾ ਗੱਲਾਂ ਭਰਾਵਾ ਚੱਲਣ ਡਿਆ। ਚਲੋ ਜੋ ਹੋਵੇ ਚੰਗੇ ਲਈ ਹੋਵੇ ਅੰਦੋਲਨ ਲਈ ਚੰਗੇ ਲਈ ਹੋਵੇ ਤੇ ਪੰਜਾਬੀਆਂ ਲਈ ਚੰਗੇ ਲਈ ਹੋਵੇ। ਪਰ ਹੁਣ ਨਹੀਂ ਆਪਾਂ ਲੈਣੀ ਕੋਈ ਵੀ। ਹੁਣ ਆਪਾਂ ਉਹੀ ਪੁਰਾਣੀਆਂ ਨਾਲ ਹੀ ਸਾਰਨਾ ਹੈਂ ਆਪਣੀ ਉਹੀ ਦੂਜੀ ਇਹਦਾ ਕੀ ਕੋਪਰਾ ਹੈ ਨਾ। ਤੇ ਇਹ ਜੋਗੇ ਦੀ ਵੀ ਫਲਾਈਟ ਦਿੱਲੀ ਤੋਂ ਸੀ ਬਟ ਇਹਦੀ ਲੁਫਥਾਂਸਾ ਦੀ। ਤੇ ਪਹਿਲਾਂ ਇਹਨੂੰ ਮੈਂ ਲੱਕੀ ਗਿਣਦਾ ਹਾਂ
ਇਹਦੀ ਫਲਾਈਟ ਉੱਤਰਦੇ ਸਾਰੇ ਨੇ ਜਾਣਾ ਸੀ ਬਟ ਇਹਦੀ ਹੁਣ ਫਲਾਈਟ ਮਿਸ ਹੋ ਗਈ ਹੈ। ਇਹਨੂੰ ਵੀ ਮੇਰੇ ਨਾਲ ਧੱਕੇ ਖਾਣੇ ਪੈਣੇ ਆ। ਇਕੱਠੇ ਹੋਟਲ ਦੇ ਵਿੱਚ ਰਾਤ ਰਵਾਂਗੇ ਮੈਡਰਿਡ। ਤੇ ਦੂਜੀ ਗੱਲ ਇਹ ਆ ਵੀ ਸੱਚ ਜਿਹੜੀ ਮੈਂ ਗੱਲ ਆਖਣੀ ਸੀ ਪਿੱਛੇ ਜਿਹੀ ਆਖੀ ਵੀ ਸ਼ਾਇਦ ਜਰਮਨ ਵੀ ਮਿਡਲ ਰੋ ਐਫਟੀ ਮੰਗਦਾ ਵਾ, ਉਹ ਨਹੀਂ, ਇਹ ਲੁਫਥਾਂਸਾ 'ਚ ਆਇਆ। ਇਹ ਕਹਿੰਦਾ ਸਾਰੇ ਅਸੀਂ ਭਰੇ ਹੀ ਆਏ ਆ। ਸੋ ਪਤਾ ਨਹੀਂ ਉਹ ਕੀ ਚੱਕਰ। ਹਾਂਜੀ। ਤੇ ਇੱਕ ਸੂਚਨਾ ਸਪੇਨ ਤੋਂ ਆਉਣ ਵਾਲਿਆਂ ਦੀ, ਮੈਂ ਸੋਚਦਾ ਸ਼ਾਇਦ ਕੋਈ ਨਹੀਂ ਵੀ ਜਿੱਦਾਂ ਆਪਣੇ ਇੰਡੀਆ ਨਹੀਂ ਸੈਲਫ ਡਿਕਲੇਰੇਸ਼ਨ ਦਾ ਫਾਰਮ ਜਿਹਾ ਭਰਦੇ, ਇੱਦਾਂ ਹੀ ਆਨਲਾਈਨ ਇੱਕ ਇਹ ਵੀ ਮੰਗਦੇ ਆ। ਸੋ ਉੱਦਾਂ ਦਾ ਹੀ ਸਵਾਲ ਆ ਜਿੱਦਾਂ ਦਾ ਇੰਡੀਆ ਮੰਗਦਾ। ਸੋ ਉਹ ਵੀ ਡੈਫੀਨੇਟਲੀ ਭਰ ਹੀ ਲਿਓ ਜੇ ਕੋਈ ਸਪੇਨ ਨੂੰ ਆ ਰਿਹਾ। Good afternoon, ladies and gentlemen. For your notice. ਬੈਲਟਾਂ ਵੇਲਾ ਹੈ ਬੈਚੀ ਨਾਲ ਵੱਜੇ ਫਿਰਨਾ ਗਿਆ। ਲੋ ਜੀ ਆਪਾਂ ਜੋਗਾ ਸਿੰਘ ਨਾਲ ਟਿਕਟ ਚੇਂਜ ਕਰਾਉਣ ਗਏ ਪਰ ਗੱਲ ਬਣੀ ਨਹੀਂ। ਉਹ ਕਹਿੰਦੇ ਚੇਂਜ ਉਸ ਤੋਂ ਜ਼ਿਆਦਾ ਮਹਿੰਗੀ ਆ ਟਿਕਟ ਨਵੀਂ ਲੈਣ ਦੀ ਬਜਾਏ। ਤਾਂ ਟਿਕਟਾਂ ਨਵੀਆਂ ਹੀ ਕੱਢਣੀਆਂ ਪੈਣੀਆਂ ਉਹ। ਤੇ ਕਿੱਥੇ ਜੋਗਾ ਸਿੰਘ ਨੇ ਮੇਰੇ ਤੋਂ ਪਹਿਲਾਂ ਪਹੁੰਚ ਜਾਣਾ ਸੀ ਘਰੇ, ਤੇ ਹੁਣ ਬਰਾਬਰ ਦੀ ਸ਼ੁਕਰ ਕਰ ਲੇਟ ਨਹੀਂ ਹੋਣ ਡਿਆ, ਬਰਾਬਰ ਪਹੁੰਚ ਚੱਲਿਆ। ਪਰ ਇੰਡੀਆ ਦੇ 50,000 ਨੂੰ ਐਕਸਟਰਾ ਥੁੱਕ ਲੱਗ ਗਿਆ। ਬਟ ਭੁੱਖ ਬਹੁਤ ਲੱਗੀ ਆ। ਮੈਡਰਿਡ ਅਸੀਂ ਪਹੁੰਚ ਗਏ ਆ। ਮੈਂ ਮੇਰੀ 'ਚ ਬਾਹਲੀ ਮੰਦੀ ਹਾਲਤ ਭੁੱਖ ਨਾਲ। ਤੇ ਆਪਾਂ ਤਾਂ ਵੱਡਾ ਸਾਰਾ ਪੀਜ਼ਾ ਆਰਡਰ ਕਰਨਾ, ਇੱਕ ਇਕੱਲੇ ਵਾਸਤੇ, ਖੁਦ ਵਾਸਤੇ ਇਕੱਲਾ ਹੀ ਫਾੜਾਂਗੇ। ਬਾਅਦ ਨਹਾਈ ਧੋਈ ਕਰਕੇ ਤੇ ਇੱਕ ਅੱਧੀ ਫਿਲਮ ਵੇਖਦੇ ਨੀਨੀ ਕਰੀਏ। ਸਵੇਰੇ ਹੈਗੀ 8:25 ਦੀ ਫਲਾਈਟ। ਸੋ 3 ਘੰਟੇ ਦੀ ਫਲਾਈਟ ਆ। ਬਟ ਉੱਥੇ ਆਪਣੇ ਘਰ ਦੇ ਲਾਗੇ ਏਅਰਪੋਰਟ, ਉੱਥੇ ਜਿੱਥੇ ਪਹੁੰਚਣਾ ਵਾ। ਆਹੋ ਤੁਹਾਡਾ ਦੱਸਦਾ, ਮੇਰਾ ਦੋਕ ਦਾ ਹੀ ਆ, ਮੇਰਾ ਦੋਕ ਦਾ ਹੀ ਆ। ਤੇ ਚਲੋ ਅੱਗੇ ਦੇਖਦੇ ਕਿਆ ਬਣਦਾ। ਕਿੱਦਾਂ ਲੱਗਾ ਫਿਰ ਬਾਹਰ ਦੱਸ ਦੇ। ਕਿੱਥੇ ਪਹੁੰਚਿਆ ਵਾ? ਕਿਹੜੇ ਮੁਲਕ, ਕਿਹੜੀ ਕੰਟਰੀ ਪਹੁੰਚਿਆ? ਹਾਂ ਜਾ ਚੜੀ ਤੇ ਨਹੀਂ, ਕਿਹੜੀ ਕੰਟਰੀ ਦਾ ਨਾਂ ਕੀ ਆ? ਹੈ ਕਿੱਥੇ ਆਇਆ? 에어ਪੋਰਟ। ਕਿਹੜੇ 에어ਪੋਰਟ? ਕੀ ਨਾਂ 에어ਪੋਰਟ ਤੇ? ਸਪੇਨ। ਚਲੋ ਉਦਾਂ ਦੱਸ ਦੇ, ਉਦਾਂ ਦੱਸ ਦੇ। ਥੱਕਿਆ ਕਿ ਨਹੀਂ? ਨਹੀਂ, ਠੰਡ ਲੱਗਣ ਦੀ ਆ। ਠੰਡ ਲੱਗਣ ਡਈ ਆ। ਥੱਕਿਆ ਨਹੀਂ ਸੋਨੇ ਦਾ ਆਪਾਂ ਕੱਲ ਨੂੰ ਪਹੁੰਚ ਜਾਣਾ ਜਿੱਥੇ ਆਪਣੇ ਠੰਡ ਨਹੀਂ ਹੈਗੀ। ਉੱਥੇ ਇੱਥੇ ਠੰਡ ਹੀ ਠੰਡ ਆ। ਸਹੀ ਗੱਲ ਆ। ਆਹੋ ਲੋ ਜੀ ਆਪਾਂ ਪਹੁੰਚ ਗਏ ਫਿਰ ਉਸੇ ਹੋਟਲ ਜਿੱਥੋਂ ਆਪਾਂ ਜਾਣ ਲੱਗਿਆ ਰੁਕੇ ਸੀ। ਨਾਈਏ ਸਵੇਰ ਦੇ 6:30 ਹੋਏ। ਏਅਰਪੋਰਟ ਹੈਗਾ ਮੈਡਰਿਡ ਦਾ, ਟਰਮੀਨਲ 4। ਤੇ ਮੈਂ ਇੱਕ ਗੱਲ ਕਰਨੀ ਸੀ ਕਿ ਮੈਂ ਰਾਹ ਆਉਂਦਿਆਂ ਸੋਚਣ ਡਿਆ ਹੈ ਨਾ, ਜਿਵੇਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਮੁੰਡੇ ਜਿਹੜੇ ਮੈਂ ਕਿਹਾ ਵੀ ਇੰਡੀਆ ਨਜ਼ਾਰੇ ਲੈਂਦੇ, ਇਹਨਾਂ ਨੂੰ ਮੈਂ ਕਿਹਾ ਇੰਡੀਆ ਰਹੋ। ਤੇ ਉਹਨੇ ਕਹਣਾ ਵੀ ਹਰ ਕੋਈ ਬਾਹਰ ਗਿਆ ਬੰਦਾ ਇਹੋ ਹੀ ਆਂਦਾ ਹੈ ਨਾ। ਬਟ ਉਹ ਇੱਥੋਂ ਦੀ ਨਹੀਂ ਸਮਝਦੇ ਇੱਥੇ ਕੀ ਹਾਲਾਤ ਆ ਹੈ ਨਾ। ਇੱਕ ਗੱਲ ਮੈਂ ਕਹੂੰਗਾ ਕਿ ਜਿਹੜਾ ਬਾਹਰ ਗਿਆ ਬੰਦਾ ਆਫਕੋਰਸ ਇੰਡੀਆ ਵੀ ਰਿਹਾ ਹੈ ਨਾ, ਤੇ ਬਾਹਰ ਵੀ ਜਿਹੜਾ ਇੰਡੀਆ ਤੋਂ ਇਹ ਗੱਲ ਆਂਦਾ ਵੀ ਇਹ ਇੱਦਾਂ ਹੀ ਆਖੀ ਜਾਂਦੇ ਰਹੇ, ਉਹਨੇ ਦੂਸਰੀ ਸਾਈਡ ਨਹੀਂ ਦੇਖੀ ਹੁੰਦੀ। ਸੋ ਮੈਂ ਇਹ ਮੰਨ ਸਕਦਾ ਕਿ ਜਿਹੜਾ ਬੰਦਾ ਬਾਹਰ ਗਿਆ ਉਹਨੇ ਇੰਡੀਆ ਸ਼ਾਇਦ ਇੰਨਾ ਟਾਈਮ ਸਪੈਂਡ ਨਹੀਂ ਕੀਤਾ, ਬਟ ਆਫਕੋਰਸ ਕੋਈ 18-20 ਦਾ ਹੋ ਕੇ ਜਾਂਦਾ ਹੈ ਨਾ। ਵੀ ਚਲੋ ਫਿਰ ਵੀ ਮੰਨ ਲੈਂਦੇ ਨੇ ਬਾਹਲੇ ਹਾਲਾਤਾਂ ਨਾਲ ਜਦੋਂ ਕਮਾਈ ਕਰਦਾ ਟਾਈਮ ਆਇਆ ਉਹਨੇ ਬਾਹਲੀ ਘੱਲਣਾ ਨਹੀਂ ਘੱਲੀ, ਬਟ ਫਿਰ ਵੀ ਉਹਨੂੰ ਇੰਡੀਆ ਦਾ ਬਾਹਰ ਦਾ ਦੋਵਾਂ ਸਾਈਡਾਂ ਦਾ ਪਤਾ ਹੁੰਦਾ। ਬਾਹਰ ਆਪਾਂ ਬਹੁਤ ਈਜ਼ੀ ਮੰਨ ਲੈਂਦੇ ਹਰ ਕੁਛ ਹੀ, ਵੀ ਕਮਾਈ ਸਾਰਾ ਕੁਛ ਬਹੁਤ ਸੌਖਾ ਹੋਣਾ ਸ਼ਾਇਦ ਹੈ ਨਾ। ਉਹ ਸੌਖਾ ਨਹੀਂ ਹੁੰਦਾ, ਸਟਰੈਸ ਬਹੁਤ। ਬੰਦਾ ਆਪਣੇ ਕੈਨੇਡਾ, ਖਾਸ ਕਰ ਮੈਂ ਇੱਕ ਕੈਨੇਡਾ ਦੀ ਐਗਜ਼ਾਮਪਲ ਦੇ ਦੇਣਾ ਹੈ ਨਾ। ਮੋਟੀ ਤੁਸੀਂ ਕੈਨੇਡਾ ਗਏ ਹਰੇਕ ਨੂੰ ਬਹੁਤ ਵੇਖੋਗੇ ਵੀ ਟੌਰ ਟੱਪਾ ਹੈ ਨਾ। ਤੋ ਮੇਰੇ ਖਿਆਲ ਦੇ ਨਾਲ ਇਦਾਂ ਦੀ ਕੰਟਰੀ ਆ ਵੀ 90% ਲੋਕ ਆਪਣੇ ਖਰਚੇ ਪੂਰੇ ਕਰਨ ਦੇ ਮਾਰੇ ਉੱਥੇ
ਭੱਜੇ ਫਿਰਦੇ ਆ। ਤੇ ਉਹਦੀ ਐਗਜ਼ਾਮਪਲ ਵਧੀਆ ਇਹੀ ਆ ਵੀ ਜਿਹੜੇ ਕੈਨੇਡਾ ਰਹਿੰਦੇ ਆ ਵੀ ਹਰ ਸਾਲ ਆਉਂਦੇ ਇੰਡੀਆ, ਨਹੀਂ ਆ ਸਕਦੇ। ਇਹ ਨਹੀਂ ਵੀ ਉਹਨਾਂ ਦਾ ਆਉਣ ਨੂੰ ਜੀ ਨਹੀਂ ਕਰਦਾ, ਪੰਜਾਬ ਆਉਣ ਨੂੰ ਕਿਹਦਾ ਜੀ ਨਹੀਂ ਕਰਦਾ, ਬਟ ਚੱਕਰ ਇਹੋ ਹੀ ਆ ਕਿ ਖਰਚੇ ਉਹਨਾਂ ਨੂੰ ਪਤਾ, ਘਰ ਦੀਆਂ ਕਿਸ਼ਤਾਂ, ਗੱਡੀ ਦੀਆਂ ਕਿਸ਼ਤਾਂ। ਮੈਨੂੰ ਤਾਂ ਹੌਲੀ ਹੌਲੀ ਜਿਵੇਂ ਪਹਿਲਾਂ ਮੈਨੂੰ ਇਹ ਵੀ ਨਹੀਂ ਪਤਾ ਵੀ ਕੈਨੇਡਾ ਦੇ ਵਿੱਚ ਇੰਸ਼ੋਰੈਂਸ ਗੱਡੀ ਦੀ ਇੰਨੀ ਮਹਿੰਗੀ, ਮੰਥਲੀ ਲੋਕੀ 400 500 600 ਡਾਲਰ ਪੇ ਕਰਨ ਡੇ, ਤੇ ਉੱਪਰੋਂ ਗੱਡੀ ਦੀ ਕਿਸ਼ਤ, ਘਰ ਦੀ ਕਿਸ਼ਤ, ਲਾਣ ਢੀਂਗ। ਸੋ ਬੰਦੇ ਕੋ ਰੋਕ ਨਹੀਂ ਹੁੰਦਾ। ਹਾਂ, ਸੋ ਇਹ ਗੱਲ ਕਹਿਣਾ ਵੀ ਠੀਕ ਹੈ ਵੀ ਜਿਹੜੇ ਬੰਦੇ ਕੋਲ ਪੈਸਾ ਨਾ, ਉਹ ਪਹਿਲਾਂ ਹੀ ਸਿੱਧਾ ਨਾ ਆ ਜੇ। ਉਹ ਪਹਿਲਾਂ ਬੰਦਾ ਟੂਰਿਸਟ ਆ ਕੇ ਹੈ ਨਾ, ਭਾਵੇਂ ਮਹੀਨਾ ਕਿਸੇ ਨਾਲ ਖੇਤਾਂ 'ਚ ਕੰਮ ਕਰਕੇ ਤੇ ਵੀ ਜਾਣਾ, ਮਹੀਨਾ 2 ਮਹੀਨੇ ਲਾ ਕੇ ਵੇਖ ਲਏ ਇੱਦਾਂ ਹੀ ਹੈ ਨਾ, ਇਸ ਤੋਂ ਪਹਿਲਾਂ ਕਿ ਆਪਣੀ ਜੜ ਹੀ ਪੁੱਟ ਕੇ ਉੱਧਰ ਦੀ ਸਾਈਡ ਚੱਲ ਜੇ। ਸੋ ਉਸ ਤੋਂ ਬਾਅਦ ਹੀ ਮੂਵ ਹੋਣ ਦਾ ਸੋਚੇ। ਤੇ ਆਪਾਂ ਹੁਣ ਇੱਧਰੋਂ ਕਰਨੀ ਆ ਜੀ ਸਿਕਿਉਰਿਟੀ ਕਰਾ ਕੇ ਜਾਣਾ ਵਾ, ਬੈਗ ਤੇ ਜਮ੍ਹਾਂ ਕਰਾਤੇ ਤੇ ਬਾਅਦ 'ਚ ਕੁਛ ਖਾਂਦੇ ਹਾਂ। ਹਾਂ, ਕਿਉਂਕਿ ਹੋਟਲ ਦੇ ਵਿੱਚ ਜੇ ਬ੍ਰੇਕਫਾਸਟ ਸ਼ੁਰੂ ਨਹੀਂ ਹੋਇਆ, ਮੇਰੇ ਖਿਆਲ 7-8 ਹੋ ਜਾਂਦਾ, ਆਪਾਂ ਪਹਿਲਾਂ ਹੀ ਆ ਗਏ ਤੇ ਜੋਗੇ ਹੋਣੇ ਉੱਧਰ ਅਜੇ ਡੈ ਕਰਾਉਣ ਬੈਗ, ਫੈਮਿਲੀ ਦੇ ਨਾਲ ਆ, ਕੋ ਬੈਗ ਬੂਗ ਕਾਫੀ ਆ। ਹਾਂ, ਤੇ ਬਾਕੀ ਵੀ ਕਰੋਨਾ ਨੂੰ ਇੰਡੀਆ ਦੇ ਵਿੱਚ ਤੇ ਇੱਥੇ ਕਿੰਨਾ ਕੁ ਸੀਰੀਅਸ ਲੈਂਦੇ ਨਾ। ਇੱਥੇ ਏਅਰਪੋਰਟ ਤੇ 10% ਇੱਦਾਂ ਦੀ ਪਾਪੂਲੇਸ਼ਨ ਆ ਜਿਨ੍ਹਾਂ ਨੇ ਡਬਲ ਮਾਸਕ ਪਾਏ ਆ, ਵੀ ਥੱਲੇ ਕੇ 95 ਪਾਇਆ, ਉੱਪਰ ਦੂਸਰਾ ਮੈਡੀਕਲ ਇੱਦਾਂ ਦਾ ਪਾਇਆ, ਸੋ ਡਬਲ। ਤੇ ਇੰਡੀਆ ਦੇ ਵਿੱਚ ਏਅਰਪੋਰਟ ਤੇ ਮੈਂ ਵੇਖਿਆ ਵੀ ਕਈ ਜਣਿਆਂ ਤੇ ਵੀ ਸਿੰਗਲ ਵੀ ਚੰਗੀ ਤਰ੍ਹਾਂ ਨਹੀਂ ਪਾਉਂਦੇ ਨਾ ਆਪਣੇ। ਤੇ ਮੈਂ ਕੋਈ ਬਾੜਾ ਨਹੀਂ ਆਖਣ ਡਿਆ ਇੰਡੀਆ ਨੂੰ ਭਰਾਵੋ, ਮੈਂ ਵੀ ਉੱਥੋਂ ਹੀ ਆਇਆ ਤੇ ਮੈਂ ਵੀ ਉੱਥੇ ਪੰਜਾਬ ਦੇ ਵਿੱਚ ਕੋਈ ਮਾਸਕ ਮੁਸਕ ਨਹੀਂ ਪਾਇਆ, ਨਾ ਧਰਨੇ 'ਤੇ ਪਾਇਆ ਨਾ, ਇੱਦਾਂ ਹੀ ਫਿਰਦੇ ਰਹੇ। ਤੇ ਉੱਥੇ ਕੁਛ ਹੈ ਨਹੀਂ ਗਾ ਲੱਗਦਾ ਹੈ ਨਾ, ਕਹਿੰਦਾ ਮਤਲਬ ਵੀ ਹੁਣ ਮੈਂ ਹਫਤਾ ਕਿੰਨਾ ਹੈ ਨਾ ਧਰਨੇ ਦੇ ਵਿੱਚ ਕਿੰਨੀ ਭੀੜ ਆ, ਪੰਜਾਬ ਦੇ ਵਿੱਚ ਸ਼ਹਿਰਾਂ 'ਚ ਕਿੱਥੇ ਗਏ ਕਿੰਨੀ ਭੀੜ ਆ, ਤੇ ਸਾਰੇ ਇੱਦਾਂ ਹੀ ਬਗੈਰ ਮਾਸਕ ਤੋਂ ਫਿਰਦੇ ਰਹੇ ਆ। ਤੇ ਹੁਣ ਆਉਣ ਲੱਗਿਆ ਟੈਸਟ ਕਰਾਇਆ ਤੇ ਨੈਗੇਟਿਵ ਹੈ ਨਾ, ਸੋ ਪਤਾ ਨਹੀਂ ਉੱਥੇ ਕੁਛ ਹੈ ਕਿ ਨਹੀਂ ਹੈ। ਤੇ ਨਾਲ ਨਿਆਣਾ ਹੋਣਾ ਬੋਰਡਿੰਗ ਪਾਸ ਵਰਗਾ ਹੀ ਆ, ਕਿਉਂਕਿ ਸਿਕਿਉਰਿਟੀ ਪਹਿਲਾਂ ਹੋ ਜਾਂਦੀ ਆ, ਜਹਾਜ਼ 'ਚ ਤੁਹਾਨੂੰ ਚਾੜ ਪਹਿਲਾਂ ਦਿੰਦੇ ਆ ਬਿਜ਼ਨਸ ਕਲਾਸ ਦੇ ਨਾਲ ਹੀ। ਸੋ ਜਿਹੜਾ ਬੱਚਾ ਪਾਲਣ ਦੀ ਜਿੰਨੀ ਟੈਨਸ਼ਨ ਆ ਨਾ, ਖਰਚੇ ਆ ਸਾਰੇ ਏਅਰਪੋਰਟਾਂ 'ਤੇ ਆ ਕੇ ਅੱਧੇ ਕੁ ਵਸੂਲ ਹੋ ਜਾਂਦੇ ਜਦੋਂ ਲੈਣਾ ਜੀ ਲੱਗਣਾ ਪੈਂਦਾ ਇੰਨਾ ਜ਼ਿਆਦਾ। ਬਟ ਜੇ ਨਿਆਣਾ ਬੜਾ ਛੋਟਾ ਵਾ ਤੇ ਹੋਏ ਹੋਏ ਜੇ ਰੋਂਦਾ ਵਾ ਨਾ, ਫਿਰ ਉਦੋਂ ਮਾਪੇ ਫਿਰ ਜਹਾਜ਼ 'ਚ ਫਲਾਈਟ 'ਚ ਫਿਰ ਵਾਲ ਹੀ ਪੁੱਟਣ ਨੂੰ ਜਾਂਦੇ ਆ, ਕਿਉਂਕਿ ਉਦੋਂ ਉਹਨਾਂ ਨੂੰ ਫੀਲਿੰਗ ਆਉਂਦੀ ਹੁੰਦੀ ਵੀ ਅਸੀਂ ਸਾਰੀ ਫਲਾਈਟ ਨੂੰ ਡਿਸਟਰਬ ਕਰਨ ਡਏ ਆ, ਬੜੀ ਵਾਹ ਲਾਉਂਦੇ ਆ ਫਿਰ, ਪਰ ਨਿਆਣੇ ਕਿੱਥੇ ਚੁੱਪ ਕਰਦੇ, ਇਹ ਗੱਲ ਆ। ਸੋ ਇਹ ਤਾਂ ਚੱਲ ਹੁਣ ਜਿਹੜਾ ਆਇਆ ਜੋਗਾ ਸਿੰਘ ਦਾ ਮੁੰਡਾ, ਇਹ ਤਾਂ ਹੈਗਾ 5 ਸਾਲਾਂ ਦਾ, ਬਟ ਇਹ ਤੁਰ ਕੇ ਥੱਕ ਗਿਆ, ਇਹਦੀ ਬੱਸ ਹੋ ਗਈ ਆ। Armrests are down, the window blind is open, and your tray table is folded away. We remind you that ਲਓ ਜੀ, ਪਹੁੰਚ ਗਏ ਆਪਾਂ ਆਪਣੇ ਸ਼ਹਿਰ, ਪਿੰਡ, ਟਾਪੂ। ਆਲਮੋਸਟ 55 ਘੰਟਿਆਂ ਬਾਅਦ ਘਰੋਂ, ਉਹੜੇ ਘਰ ਤੋਂ ਤੁਰਨ ਤੋਂ ਹੁਣ ਇੱਥੇ ਅੱਧਾ ਕੁ ਘੰਟਾ ਹੋਰ ਲੱਗੂਗਾ। ਇਹਦੀ ਵੀ ਐਂਟਰੀ ਹੋ ਗਈ ਆ ਦੂਸਰੇ ਘਰ 'ਚ। ਇੱਥੇ ਤਾਂ ਨਹੀਂ ਠੰਡ ਲੱਗਦੀ, ਇੱਥੇ ਵੀ ਲੱਗਦੀ ਆ ਪੁੱਤ, ਜੇ ਇੱਥੇ ਵੀ ਲੱਗਦੀ ਫਿਰ ਗੱਲ ਮਾੜੀ ਆ। ਤਨਰੀਫ ਬਾਰੇ ਜਾਵਾਂ, ਤਨਰੀਫ ਹੋ ਜਾ ਖੜਾ, ਫਿਰ ਪੈਰਾਂ ਸਿਰ ਕੱਢੀਏ ਵੱਟ ਆਪਾਂ, ਜਾਨ ਛੱਡ ਦੇ ਤੇਰੀ ਕਰੋਨਾ ਕਿਤੇ।